ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਡੰਡਾਉਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਾਥ ਮੇਤ ਪੋਚ ਸੋਚ ਦਿਨ ਰਾਤੀ ਮੇਰਾ ਕਰਮ ਕੁਟਲਤਾ ਜਨਮ ਕੁਪਾਤੀ ਰਾਮ ਗੁਸਾਈਆਂ ਜੀ ਕੇ ਜੀਵਨਾ ਮੋਹਿ ਨਾ ਵਿਸਾਰੋ ਮੈਂ ਜਨ ਤੇਰਾ ਮੇਰੀ ਹਰੋ ਬਿਪਤ ਜਨ ਕਰੋ ਸੁਭਾਈ ਚਰਨ ਸਰੀਰ ਕਲ ਜਾਈ ਕਹੁ ਰਬਦਾਸ ਪਰੋ ਤੇਰੀ ਸਾਂਭਾ ਵੇਗ ਮਿਲੋ ਜਨ ਕਰ ਨਾ ਬਿਲੰਬਾ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੋਹਿ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋ ਕੁਰਸੋ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹੰਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵੇਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪਹਿਲਾ। ਇਕ ਨਾਂਗੇ ਭੂਖੇ ਭਵਹਿ ਭਵਾਏ ਇਕ ਹੱਠ ਕਰ ਮਰਹਿ ਨਾ ਕੀਮਤ ਪਾਏ ਗਤ ਅਵਗਤ ਕੀ ਸਾਰ ਨ ਜਾਣੈ ਬੂਝੈ ਸ਼ਬਦ ਕਮਾਈ ਹੈ ਇਕ ਨਾਂਗੇ ਭੂਖੇ ਭਵਹਿ ਭਵਾਏ ਇਕ ਹੱਠ ਕਰ ਮਰਹਿ ਨਾ ਕੀਮਤ ਪਾਏ ਗਤ ਅਵਗਤ ਕੀ ਸਾਰ ਨ ਜਾਣੈ ਬੂਝੈ ਸ਼ਬਦ ਕਮਾਈ ਹੈ ਇਕ ਤੀਰਥ ਨਾਵਹਿ ਅੰਨ ਨ ਖਾਵਹਿ ਇਕ ਅਗਨ ਜਲਾਵਹਿ ਦੇਹ ਖਪਾਵਹਿ
RAM नाम बिन मुक्त न होई, कित बिद पार लंघाई है। गुरमत छोड़ह उजड़ जाई, मन मुख राम न जपै अवाई। पच पच बूढ़ह कूड़ कमावह, कूड़ काल बैराई है। हुक्मे आवै हुक्मे जावै, बूझै हुक्म सो साच समावै। नानक साच मिलै मन भावै, गुरमुख कार कमाई है। हुक्मे आवै हुक्मे जावै, बूझै हुक्म सो साच समावै। नानक साच मिलै मन भावै, गुरमुख कार कमाई है। वाहिगुरु जी का खालसा, वाहिगुरु जी की फतेह। परम सन्मानयोग जुगो जुग अटल, चबर छतर तख दे मालक, बाणी के बोहित, धन धन साहिब श्री गुरु ग्रंथ साहिब सच्चे सतगुरु जी दी पावन पवित्र निੱਘੀ गोद अंदर जुड़ बैठे गुरु रूप गुरु सवारे सतसंगी जनो। आप जी बड़ियां भागां वाले हो, जो दशमेश पिता गुरु कलगीधर सतगुरु अमृत के दाते सर्वांस दानी सहबे कमाल हक हक अंदेश गुरु गोबिंद सिंह बादशाह दरवेश गुरु गोबिंद सिंह। धन धन साहिब श्री गुरु गोबिंद सिंह महाराज जी की चरण छो धरती, महान पवित्र अस्थान गुरुद्वारा मंजी साहिब आलमगीर विखे ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਆਪਣੇ ਮਨੁੱਖਾ ਜਨਮ ਨੂੰ ਸਫਲਾ ਕਰ ਰਹੇ ਹੋ। ਇਹ ਘੜੀਆਂ ਜਿਹੜੀਆਂ ਨੇ, ਜਿੰਨਾ ਸਮਾਂ ਆਪਾਂ ਗੁਰੂ ਕੀ ਹਜ਼ੂਰੀ ਦੇ ਵਿੱਚ ਆ ਕੇ ਬੈਠਦੇ ਹਾਂ, ਸਤਿਗੁਰ ਨੂੰ ਨਤਮਸਤਕ ਹੋ ਰਹੇ ਹਾਂ, ਇੰਨਾ ਸਮਾਂ ਸਾਡਾ ਸਤਿਗੁਰ ਦੇ ਦਰ 'ਤੇ ਪ੍ਰਵਾਨ ਹੈ, ਸਾਡਾ ਸਮਾਂ ਸਫਲਾ ਹੈ। ਸੋ ਭਾਗਾਂ ਵਾਲੇ ਹੋ, ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਪਾਵਨ ਸਥਾਨ ਵਿਖੇ ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਦੇ ਵਿੱਚੋਂ ਆਪ ਸੰਗਤਾਂ ਸ਼ਰਵਣ ਕਰਦੀਆਂ ਆ ਰਹੀਆਂ ਹਨ। ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਸਦਕਾ 12 ਪਦਿਆਂ ਤੱਕ ਵਿਚਾਰ ਆਪ ਜੀ ਨੇ ਸ਼ਰਵਣ ਕੀਤੀ ਸੀ। ਕੱਲ੍ਹ ਵਾਲੀ ਵਿਚਾਰ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਸੀ ਕਿ ਇੱਕ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੂੰ ਸੋਗ ਹੈ, ਇੱਕ ਇਹੋ ਜਿਹੇ ਰੋਗ ਵਿਆਪ ਰਹੇ ਹਨ। ਕਹਿੰਦੇ ਚਾਹੇ ਕੋਈ ਸੋਗੀ ਹੈ ਚਾਹੇ ਰੋਗੀ ਹੈ, ਕਹਿੰਦੇ ਇਹ ਪਰਮਾਤਮਾ ਦੀ ਖੇਡ ਹੈ। ਪਰਮਾਤਮਾ ਵਾਹਿਗੁਰੂ ਹੀ ਸਭ ਕੁਝ ਕਰ ਰਿਹਾ ਹੈ। ਜਿਹੜੇ ਉਹਦੇ ਪਿਆਰੇ ਨੇ, ਭਾਓ ਭਗਤ ਭਾਓ ਗੁਰ ਕੀ ਮਤ ਪੂਰੀ, ਅਨਹਦ ਸ਼ਬਦ ਲਖਾਈ ਹੈ।
ਜਦੋਂ ਨੂੰ ਭਾਉਂਦੇ ਨੇ ਚੰਗੇ ਲੱਗਦੇ ਹਨ। ਆਪ ਹੀ ਗੁਰੂ ਸਵਾਰਿਓ ਹਿਰਦੇ ਅੰਦਰ ਪ੍ਰੇਮ ਪੈਦਾ ਕਰਦਾ ਹੈ, ਪ੍ਰੇਮਾ ਭਗਤੀ ਪੈਦਾ ਕਰਦਾ ਹੈ। ਉਹ ਆਪ ਹੀ ਫਿਰ ਗੁਰੂ ਦੇ ਨਾਲ ਮਿਲਾਉਂਦਾ। ਗੁਰੂ ਪਾਤਸ਼ਾਹ ਜੀ ਸ਼੍ਰੇਸ਼ਟ ਮੱਤ ਬਖਸ਼ਿਸ਼ ਕਰਦੇ ਨੇ, ਜਿਸ ਮੱਤ ਦਾ ਧਾਰਨੀ ਬਣ ਕੇ ਫਿਰ ਜੀਵ ਦਿਨ ਰਾਤ ਉਸ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਦਾ ਹੈ। ਉਹਦੇ ਅੰਦਰ ਗੁਰੂ ਸਵਾਰੇ ਜਿਹੜੇ ਉਹ ਅਨਹਦ ਰੂਪੀ ਸ਼ਬਦ ਨੇ ਉਹ ਲਿਖਾਈ ਹੈ, ਉਹ ਜਾਣ ਲੈਂਦਾ, ਉਹ ਪ੍ਰਾਪਤ ਕਰ ਲੈਂਦਾ ਹੈ। ਇਹ ਵਿਚਾਰ ਆਪ ਜੀ ਨੇ ਕੱਲ੍ਹ ਵਾਲੇ ਦੀਵਾਨਾਂ 'ਚ ਸਰਵਣ ਕੀਤੀ ਸੀ। ਹੁਣ ਸਤਿਗੁਰੂ ਮਹਾਰਾਜ ਜੀ ਅਗਲੀ ਪੰਕਤੀ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਅਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇਕ ਨਾਂਗੇ ਭੂਖੇ ਭਵਹਿ ਭਵਾਏ, ਇਕ ਹੱਠ ਕਰ ਮਰਹਿ ਨ ਕੀਮਤ ਪਾਏ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ। ਗੁਰੂ ਸਾਹਿਬਾਨ ਜੀ ਬਚਨ ਕਰਦੇ ਸੰਸਾਰ ਦੇ ਵਿੱਚ ਇੱਕ ਜੀਵ ਐਸੇ ਨੇ ਜਿਹੜੇ ਨੰਗੇ ਰਹਿੰਦੇ ਨੇ, ਆਪਣੇ ਸਰੀਰ ਉੱਤੇ ਬਸਤਰ ਨਹੀਂ ਪਹਿਨਦੇ। ਇੱਕ ਇਹੋ ਜਿਹੇ ਹਨ ਜਿਹੜੇ ਭੁੱਖੇ ਹੀ ਰਹਿੰਦੇ ਹਨ, ਉਹਨੂੰ ਖਾਣ ਲਈ ਭੋਜਨ ਨਹੀਂ ਮਿਲਦਾ। ਇਸ ਤਰ੍ਹਾਂ ਉਹ ਭਰਮਾਂ ਦੇ ਵਿੱਚ ਗੁਰੂ ਸਵਾਰੇ ਭਰਮਦੇ ਫਿਰਦੇ ਹਨ, ਕਿਉਂਕਿ ਸਤਿਗੁਰੂ ਜੀ ਨੇ ਸਾਨੂੰ ਤਨ ਢੱਕਣ ਦੇ ਲਈ, ਸਰੀਰ ਨੂੰ ਚਲਾਉਣ ਵਾਸਤੇ ਭੋਜਨ ਦੀ ਲੋੜ ਹੈ, ਅਤੇ ਤਨ ਢੱਕਣ ਦੇ ਲਈ ਪਰਦਾ ਸਾਨੂੰ ਜ਼ਰੂਰੀ ਹੈ, ਬਸਤਰ ਦੀ ਲੋੜ ਅਤੀ ਜ਼ਰੂਰੀ ਹੈ। ਪਰ ਹਿੰਦੁਸਤਾਨ ਦੀ ਇਹ ਧਰਤੀ ਹੈ, ਇਸ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਹੜੇ ਨੰਗੇ ਫਿਰਦੇ ਹਨ। ਉਹ ਸਰੀਰ ਉੱਤੇ ਕੋਈ ਵੀ ਵਸਤਰ ਨਹੀਂ ਪਹਿਨਦੇ, ਅਤੇ ਇੰਨੇ ਆਪਾਂ ਕਰਮ ਕਾਂਡਾਂ ਵਿੱਚ ਫਸੇ ਹੋਏ ਹਾਂ, ਭਰਮ ਜਾਲ ਵਿੱਚ ਫਸੇ ਹੋਏ ਹਾਂ ਕਿ ਬਹੁਤ ਤਾਦਾਦ ਦੇ ਵਿੱਚ ਇਹਨਾਂ ਨਾਂਗਿਆਂ ਦੀ ਲੋਕ ਪੂਜਾ ਕਰਦੇ ਨੇ। ਜਦੋਂ ਆਪਾਂ ਇੱਧਰਲੇ ਪਾਸੇ ਪੱਛਮੀ ਇਲਾਕੇ ਵੱਲ ਜਾਣਾ ਕਰੀਏ, ਇੱਧਰਲੇ ਲੋਕ ਜਿਹੜੇ ਨੇ ਨਾ ਉਹ ਨਾਂਗੇ ਸਾਧਾਂ ਦੀ ਸੇਵਾ ਕਰਦੇ ਨੇ, ਅਲਫ ਨੰਗੇ, ਲੰਗੋਟ ਵੀ ਨਹੀਂ ਹੁੰਦਾ, ਅਤੇ ਲੋਕ ਉਹਨਾਂ ਦੀ ਪਰਿਕਰਮਾ ਕਰਦੇ, ਮੱਥਾ ਟੇਕਦੇ ਨੇ, ਜੋ ਬਿਲਕੁਲ ਗੁਰੂ ਸਵਾਰਿਓ ਇਹ ਮਨ ਘੜਤ ਹੈ। ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਾਨੂੰ ਆਖਿਆ ਕਿ ਨਹੀਂ, ਪਰਦਾ ਕਰਨਾ ਜ਼ਰੂਰੀ ਹੈ, ਪਰਦਾ ਜ਼ਰੂਰੀ ਹੈ। ਅਤੇ ਸਰੀਰ ਨੂੰ ਚਲਾਉਣ ਲਈ ਜਿੱਥੇ ਸਾਨੂੰ ਖੁਰਾਕ ਦੀ ਲੋੜ ਹੈ, ਉੱਥੇ ਤਨ ਨੂੰ ਆਪਾਂ, ਨਗੇਜ ਨੂੰ ਆਪਾਂ ਢੱਕਣਾ ਹੈ। ਪਰ ਸਤਿਗੁਰੂ ਕਹਿੰਦੇ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਨੇ ਜਿਹੜੇ ਸਰੀਰ ਉੱਤੇ ਬਸਤਰ ਨਹੀਂ ਪਹਿਨਦੇ, ਨੰਗੇ ਤੁਰੇ ਫਿਰਦੇ ਨੇ, ਅਤੇ ਕਈ ਤਾਂ ਮਜਬੂਰੀ ਦੇ ਮਾਰੇ ਨੇ, ਘਰ ਵਿੱਚ ਅੱਤ ਦੀ ਗਰੀਬੀ ਹੋਣ ਕਰਕੇ ਉਹਨਾਂ ਨੂੰ ਪਹਿਨਣ ਲਈ ਵਸਤਰ ਨਸੀਬ ਨਹੀਂ ਹੁੰਦੇ। ਉਹ ਤਾਂ ਵੱਖਰੀ ਗੱਲ ਹੈ ਕਿ ਪਹਿਨਣ ਲਈ ਵਸਤਰ ਨਹੀਂ ਮਿਲ ਰਿਹਾ, ਉਹ ਟਾਕੀਆਂ ਲਾ ਲਾ ਕੇ ਆਪਣੇ ਸਰੀਰ ਦੇ, ਆਪਣੇ ਨਗੇਜ ਨੂੰ ਢੱਕਦੇ ਨੇ। ਪਰ ਕਈ ਜਾਣ ਬੁੱਝ ਕੇ, ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਇੱਥੋਂ ਤੱਕ ਬਚਨ ਕਰ ਦਿੱਤੇ। ਪਾਤਸ਼ਾਹ ਕਹਿੰਦੇ ਨੇ, ਮੋਨ ਭਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਸਭ ਧਰਤੀ ਭਰਮਿਓ, ਦੁਬਦਾ ਛੁਟਕੈ ਨਾਹੀ। ਮੋਨੀ ਬਣ ਗਿਆ, ਕਰਪਾਤੀ ਹੱਥਾਂ ਨੂੰ ਪੱਤਲਾ ਬਣਾ ਕੇ, ਹੱਥਾਂ ਉੱਤੇ ਗੁਰੂ ਸਵਾਰੇ ਭੋਜਨ ਛਕਣ ਲੱਗ, ਬਰਤਨ ਦਾ ਇਸਤੇਮਾਲ ਨਹੀਂ ਕਰਦਾ। ਨਗਨ ਫਿਰਿਓ ਬਨ ਮਾਹੀ, ਨੰਗਾ ਹੋ ਕੇ ਜੰਗਲਾਂ ਵਿੱਚ ਵਿਚਰਨ ਲੱਗ ਪਿਆ। ਇੱਥੋਂ ਤੱਕ ਤਟ ਤੀਰਥ ਸਭ ਧਰਤੀ ਭਰਮਿਓ, ਸਾਰੀ ਧਰਤੀ ਦਾ ਭ੍ਰਮਣ ਕਰ ਲਿਆ, ਤੀਰਥਾਂ ਉੱਤੇ ਤੁਰਿਆ ਰਿਹਾ, ਯਾਤਰਾ ਕਰਦਾ ਰਿਹਾ, ਅਤੇ ਇਸ ਤਰ੍ਹਾਂ ਦੇ ਕਰਮ ਕਾਂਡ ਕਰਦਾ ਰਿਹਾ। ਸੋਚਦਾ ਰਿਹਾ ਕਿ ਇਸ ਤਰ੍ਹਾਂ ਮੇਰੀ ਮਨ ਦੀ ਦੁਬਿਧਾ ਖਤਮ ਹੋ ਜਾਵੇਗੀ,
प्राप्ति हो जाएगी। तो सतगुरु कहते नहीं भाई, इस तरह मालिक की प्राप्ति नहीं होनी है प्यारे, मिलन ना जाई मैं किए कर्म अनेका। बहुत सारे इहो ਜਿਹੇ देखे ने कर्म करते देखना कीते। पंजवें गुरदेव महाराज कहते इस तरीके दिन परमात्मा की प्राप्ति नहीं होनी है। परमात्मा नूं प्राप्त करन दे लई परमात्मा की इबादत करनी पवेगी, उस वाहिगुरू के गुणां का गैन करना पवेगा। जदों तक असीं उस मालिक की सिफत सलाह के गीत नहीं गाउंदे तो उदों तक सानू परमात्मा की वाहिगुरू की प्राप्ति नहीं हो सकती है। तो पातशाह कहते एक इहो जे ने नंगी रहिंदे ने ते एक इहो जिहड़े भुखे रहिंदे हन ते इस तरह भरमदे फिरदे हन। पर असल विच गुरु सवारिओ, क्योंकि सब कुछ हुंदे, एक तां भुखा रहना कि मानो भोजन प्रशादा नहीं मिल रहा है, भुख दा दुख वो झल रहे ने, मजबूरी वस करके चंगी तरह प्रशादा पानी मिल नहीं रहा, वो तो भुखे रहिंदे ने। एक जान बुझ के सब कुछ घर दे विच है, 36 प्रकार के पकवान ने, पर फिर भी गुरु सवारिओ भोजन नहीं छकना, भोजन नहीं छकना, भोजन छड्ड देना। जिहदे बाबत सतगुरु जी सानू गुरु ग्रंथ साहिब महाराज जी बचन करते हैं, कहते छुट है अन्न कर है पखंड, ना सुहागण ना ओहे रंड। तो सतगुरु कहते ने वो तो जिहड़ी जीव जिहड़ी इस्तरी है आम तौर पर वरत इत्यादि रखे जाते हैं। कहते अन्न नूं छड्ड दिता, अन्न नहीं खाना। तो इस तरह कहते ये पखंड करके दुनिया के लोगों दस रहे हैं। गुरु पातशाह कहते वो दुनिया की निगाह विच ना सुहागण ना ओह रंड, ना वो सुहागवंती इस्तरी है, ना गुरु सवारिओ वो रंडी है, भाव ना वो विधवा है। इस करके गुरमत विच बिल्कुल मनाही है वरत इत्यादि रखण दी। इत्थों तक गुरु पातशाह ने बचन करते, भगत कबीर साहिबान जी के बचन पढ़ते हैं तो भगत जी कहते ने कबीर हर का सिमरन छाड़ कै होई राखै नार, गदही होए कै अवतरै भार सह मन चार। भगत कबीर साहिबान जी कहते ने जिन्हें भाई हरि का सिमरन छड्ड के होई माता का कहते वरत इत्यादि रखना कीता, वरत रख लिया। कहते सच जानियो उन्होंने फिर अगली जी जून है ना, गदही होए कै अवतरै भार सह मन चार, खोते की सवारी नूं गधी की जून प्राप्त होनी है तो अपने सिर शरीर उत्ते बहुत सारा मन भार झलणगी। इस करके गुरु सवारिओ गुरसिख ने हिंदू वीर वरत रखण, मुसलमान वीर रोजे रखण नूं मुबारक। तो गुरसिख जिहड़े गुरु नानक लेवा सिख ने वो गुरु सवारिओ आप भी छकदे ते लुकाई नूं भुखे नूं भोजन प्रशादा छकाणा, ये साडा गुरमत दा असूल है। साडे गुरु नानक पातशाह महाराज ने आरंभता कीती है। कोई भी चल के आवे, देखो वो समा सी जदों ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ, ਜੰਗਲਾਂ ਵਿੱਚ ਸਿੰਘ ਰਹਿੰਦੇ ਸੀ, ਇੱਥੋਂ ਤੱਕ ਇਹਨਾਂ ਦੇ ਘਰ ਘਾੜ ਜਿਹੜੇ ਢਹਿ ਢੇਰੀ ਕਰ ਦਿੱਤੇ ਗਏ ਸਨ ਤੇ ਜੰਗਲਾਂ ਵਿੱਚ ਰਹਿੰਦੇ ਸੀ। ਜਿਹਨ ਪ੍ਰਸ਼ਾਦਾ ਪਾਣੀ ਨਹੀਂ ਮਿਲਣਾ ਤੇ ਜੇ ਕਦਾ ਪ੍ਰਸ਼ਾਦਾ, 2 ਪ੍ਰਸ਼ਾਦੇ, 4 ਪ੍ਰਸ਼ਾਦੇ ਹੱਥ ਵੀ ਲੱਗੇ ਨੇ ਨਾ, ਉੱਚੀ ਉੱਚੀ ਹੋਕਾ ਦਿੰਦੇ ਸੀ ਕਿ आओ भाई गुरु का लंगर तैयार है, गुरु का लंगर तैयार हो गया, छकना करो। ਉਹਦੇ ਵਿੱਚ ਦੁਸ਼ਮਣ ਦੀ ਸੀ, कोई भी होवे, चाहे हिंदू होवे, चाहे सिख होवे, चाहे मुसलमान होवे, कोई होवे, ਜਿਹੜਾ लंगर ਵਿੱਚ जिन जो आ गया तो गुरु से वो ਵਰਤਾ देना। कई बार इस तरह भी ਹੁੰਦਾ ਰਿਹਾ, ਜਿਹੜੇ ਵਰਤਾਵੇ ਸੀ ना वो ਵਰਤਾਵਾ ਭੁੱਖਾ ਰਹਿ ਜਾਂਦਾ ਸੀ, ਵਰਤਾਵਾ ਭੁੱਖਾ ਰਹਿੰਦਾ ਸੀ। ਜਲ ਛਕ ਕੇ ਹੀ ਉਹਨੇ ਗੁਰੂ ਸਵਾਰੇ परमात्मा का शुक्र करना कि परमात्मा तेरा धन्नवाद है। इहो जे जीवन वाले सिख ते ये है असली वरत।
ਸਬਰ ਸੰਤੋਖ ਰੱਖਣਾ। ਅਸਲੀ ਵਰਤ ਇਹ ਹੈ। ਇਹ ਨਹੀਂ ਕਿ ਸਭ ਕੁਝ ਹੁੰਦਿਆਂ ਹੋਇਆਂ ਸਵੇਰੇ ਵੇਲੇ ਪਹਿਲਾਂ ਉੱਠਣ ਸਾਰ ਹੀ ਚੰਗੇ ਫਲ ਫਰੂਟ ਖਾ ਲੈਣੇ, ਕੇਲੇ ਖਾ ਲਏ, ਸੇਬ ਖਾ ਲਏ, ਹੋਰ ਫਲ ਫਰੂਟ ਖਾ ਲਏ, ਫਿਰ ਕਹਿਣਾ ਅੱਜ ਭਾਈ ਅਨਾਜ ਨਹੀਂ ਛਕਣਾ, ਅੱਜ ਭੋਜਨ ਨਹੀਂ ਛਕਣਾ। ਇਹ ਤਾਂ ਫਿਰ ਇੱਕ ਤਰ੍ਹਾਂ ਦਾ ਪਖੰਡ ਹੋ ਗਿਆ। ਪਹਿਲਾਂ ਪੇਟ ਪੂਰਤੀ ਸਾਰੀ ਕਰ ਲਈ। ਨਹੀਂ, ਇਸ ਤਰ੍ਹਾਂ ਗੁਰੂ ਦੀਆਂ ਖੁਸ਼ੀਆਂ ਨਹੀਂ ਮਿਲਣੀਆਂ ਨੇ। ਅਤੇ ਪਾਤਸ਼ਾਹ ਕਹਿੰਦੇ ਨੇ ਇਸ ਤਰ੍ਹਾਂ ਦੇ ਲੋਕ ਨੇ, ਕਹਿੰਦੇ ਇੱਕ ਤਾਂ ਨੰਗੇ ਫਿਰ ਤੁਰੇ ਫਿਰਦੇ ਨੇ, ਆਪਣੇ ਸਰੀਰ ਉੱਤੇ ਬਸਤਰ ਨਹੀਂ ਪਹਿਨਦੇ, ਇੱਕ ਭੁੱਖੇ ਨੇ, ਭਾਵ ਰੋਟੀ ਇਤਿਆਦਿਕ ਨਹੀਂ ਖਾਂਦੇ ਹਨ। ਇਸ ਤਰ੍ਹਾਂ ਕਹਿੰਦੇ ਉਹ ਭਰਮਦੇ ਫਿਰਦੇ ਹਨ, ਭਟਕਣਾ ਵਿੱਚ ਪਏ ਹੋਏ ਹਨ। ਅਤੇ ਸਤਿਗੁਰੂ ਕਹਿੰਦੇ ਇੱਕ ਹੱਠ ਕਰ ਮਰਹਿ ਨਾ ਕੀਮਤ ਪਾਏ। ਹੱਠ ਕਰਨਾ, ਸਰੀਰ ਨੂੰ ਕਸ਼ਟ ਦੇਣੇ, ਜਿਹਦੇ ਬਾਬਤ ਪਾਤਸ਼ਾਹ ਕਹਿੰਦੇ ਮਨ ਹੱਠ ਕਿਨੈ ਨ ਪਾਇਓ ਸਭ ਥੱਕੇ ਕਰਮ ਕਮਾਏ। ਕਿ ਇਸ ਮਨ ਦੇ ਹੱਠ ਕਰਕੇ ਗੁਰੂ ਸਵਾਰਿਓ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ। ਸਰੀਰ ਨੂੰ ਕਸ਼ਟ ਦੇ ਕੇ ਹੱਠ ਇਤਿਆਦਿਕ ਕਰਕੇ ਸਾਡੇ ਕੋਲ ਰਿੱਧੀਆਂ ਸਿੱਧੀਆਂ ਇਤਿਆਦਿਕ ਆ ਸਕਦੀਆਂ ਨੇ। ਪਰ ਜੇ ਇਹ ਸੋਚੇ ਕਿ ਇਸ ਹੱਠ ਦੇ ਰਾਹੀਂ ਮੈਂ ਪਰਮਾਤਮਾ ਨੂੰ ਪ੍ਰਾਪਤ ਕਰਨਾ, ਵਾਹਿਗੁਰੂ ਦੇ ਵਿੱਚ ਇੱਕਮਿਕ ਹੋ ਜਾਣਾ, ਅਤੇ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਲਈ ਤਾਂ ਹਿਰਦੇ ਅੰਦਰ ਪ੍ਰੇਮ ਚਾਹੀਦਾ। ਜੇ ਪ੍ਰੇਮ ਹੈ, ਪ੍ਰੇਮ ਦੇ ਸਹਿ ਚੌਂਕੜਾ ਮਾਰ ਕੇ ਪਰਮਾਤਮਾ ਦੀ ਯਾਦ ਵਿੱਚ ਤੂੰ ਬੈਠ ਗਿਆ, ਪ੍ਰੇਮ ਦੇ ਸਹਿਤ ਸਾਹਿਬਾਂ ਦੀ ਬਾਣੀ ਨੂੰ ਪੜ੍ਹਨ ਲੱਗ ਪਿਆ ਅਤੇ ਰਸ ਲੈ ਲੈ ਕੇ, ਫਿਰ ਇੱਕ ਦਿਨ ਸਮਾਂ ਆਵੇਗਾ ਪ੍ਰੇਮ ਦੀ ਕਦਰ ਜਿਹੜੀ ਹੈ ਪਰਮਾਤਮਾ ਦੇ ਦਰ 'ਤੇ ਪੈਂਦੀ ਹੈ। ਉਹ ਪ੍ਰਵੀਨ ਪ੍ਰੇਮ ਫਿਰ ਪਰਮਾਤਮਾ ਦੇ ਦਰ 'ਤੇ ਪ੍ਰਵਾਨ ਹੁੰਦਾ ਹੈ। ਫਿਰ ਉਹ ਜਿਹੜਾ ਪਿਆਰਾ ਹੈ ਉਸ ਵਾਹਿਗੁਰੂ ਦੇ ਵਿੱਚ ਭੇਦ ਹੋ ਜਾਂਦਾ। ਇੱਕ ਐਸੇ ਨੇ ਜੇ ਹੱਠ ਕਰਦੇ ਨੇ, ਸਰੀਰ ਨੂੰ ਕਸ਼ਟ ਦਿੰਦੇ ਨੇ, ਅਤੇ ਉਹਨਾਂ ਦੇ ਮਨ ਵਿੱਚ ਫਿਰ ਮਾਣ ਵੀ ਆਉਂਦਾ ਕਿ ਮੈਂ ਇੰਨਾ ਸਮਾਂ ਬੰਦਗੀ ਕੀਤੀ ਹੈ, ਮੈਂ 2 ਸਾਲ ਕੀਤੇ, ਮੈਂ 5 ਸਾਲ ਲਾਏ, ਮੈਂ 12 ਸਾਲ ਲਾਏ, ਮੈਂ 15 ਸਾਲ ਲਾਏ ਨੇ। ਉਹ ਹੱਠ ਮਾਲਕ ਦੇ ਦਰ 'ਤੇ ਪ੍ਰਵਾਨ ਨਹੀਂ ਹੈ। ਕਹਿੰਦੇ ਇੱਕ ਤਪੱਸਵੀ ਪਰਮਾਤਮਾ ਦੀ ਬੰਦਗੀ ਕਰਨ ਇੱਕ ਸਿਲਾ ਉੱਤੇ ਬੈਠ ਗਿਆ, ਪੱਥਰ ਉੱਤੇ ਬੈਠਾ, ਚੌਂਕੜਾ ਮਾਰਿਆ, ਪਰਮਾਤਮਾ ਦੀ ਬੰਦਗੀ ਕਰਨ ਲੱਗਾ, ਸਮਾਧੀ ਲਾ ਲਈ। ਉੱਥੇ ਇੱਕ ਆਜੜੀ ਬੱਕਰੀਆਂ ਚਾਰ ਰਿਹਾ ਸੀ, ਬੱਕਰੀਆਂ ਚਾਰ ਰਿਹਾ ਸੀ। ਆਜੜੀ ਨੇ ਦੇਖਿਆ ਕਿ ਮਨਾ ਸਾਰੀ ਉਮਰ ਹੋ ਗਈ ਹੈ ਇਹ ਕੰਮ ਕਰਦਿਆਂ ਨੂੰ, ਇਸ ਤਰ੍ਹਾਂ ਖਾ ਲਿਆ ਪੀ ਲਿਆ, ਫਿਰ ਕੰਮ ਧੰਦੇ ਵਿੱਚ ਆ ਗਏ, ਚੱਲ ਮੈਂ ਵੀ ਕੁਝ ਸਮਾਂ ਪਰਮਾਤਮਾ ਦੀ ਬੰਦਗੀ ਕਰਾਂ, ਪਤਾ ਨਹੀਂ ਸਰੀਰ ਦਾ ਕਦੋਂ ਖਤਮ ਹੋ ਜਾਣਾ ਹੈ। ਭਾਗ ਜਾਗੇ। ਕਹਿੰਦੇ ਨੇ ਆਜੜੀ ਵੀ ਪਰਮਾਤਮਾ ਦੀ ਬੰਦਗੀ ਕਰਨ ਦੇ ਉਸੇ ਹੀ ਤਪੱਸਵੀ ਦੇ ਕੋਲ ਬੈਠ ਗਿਆ। ਸਮਾਂ ਲੰਘਿਆ, ਕੁਦਰਤੀ ਤੌਰ 'ਤੇ ਐਸੀ ਖੇਡ ਵਰਤੀ ਕਿ ਆਜੜੀ ਵੀ ਚੜ੍ਹਾਈ ਕਰ ਗਿਆ ਅਤੇ ਨਾਲ ਉਹ ਫਕੀਰ ਵੀ ਚੜ੍ਹਾਈ ਕਰ ਗਿਆ। ਇਕੱਠਿਆਂ ਦੀ ਮੌਤ ਹੋ ਗਈ। ਇਕੱਠਿਆਂ ਦੀ ਮੌਤ ਹੋਈ। ਪਰਮਾਤਮਾ ਦੀ ਦਰਗਾਹ ਵਿਖੇ ਪਹੁੰਚੇ। ਹੁਣ ਜਿਹੜਾ ਤਪੱਸਵੀ ਸੀ, ਤਪੱਸਵੀ ਨੂੰ ਇਹ ਮਾਣ ਸੀ ਆਪਣੀ ਬੰਦਗੀ ਦਾ। ਉਹਨੂੰ ਮਾਣ ਸੀ ਕਿ ਮੈਂ 12 ਸਾਲ ਬੰਦਗੀ ਕੀਤੀ ਹੈ ਹੱਠ ਕਰਕੇ, ਅਤੇ ਮੈਨੂੰ ਪਰਮਾਤਮਾ ਦੇ ਦਰ ਤੋਂ ਖੁਸ਼ੀਆਂ ਖੇੜੇ ਮਿਲਣਗੇ। ਉਹ ਪਰਮਾਤਮਾ ਦੇ ਕੋਲ ਜਾ ਕੇ ਜਦੋਂ ਸਵਾਲ ਜਵਾਬ ਹੁੰਦੇ ਨੇ, ਅਤੇ ਕਹਿਣ ਲੱਗਿਆ ਧਰਮਰਾਜ ਨੂੰ ਕਿ ਮੈਂ ਅਦਲ ਕਰੀ। ਅਦਲ ਦਾ ਅਰਥ ਹੈ ਨਿਆਂ ਕਰੀ। ਜਿਹੜਾ ਆਜੜੀ ਸੀ ਉਹ ਕਹਿਣ ਲੱਗਿਆ ਪਰਮਾਤਮਾ ਫਜ਼ਲ ਕਰੀ। ਫਜ਼ਲ ਦਾ ਅਰਥ ਕਿ ਭਲਾ ਕਰੀ, ਮੈਨੂੰ ਮਾਫ ਕਰ ਦਵੀਂ। ਜਦੋਂ ਇਸ ਤਰ੍ਹਾਂ ਆਖਿਆ, ਅਤੇ ਜਦੋਂ ਨੇ ਆਖਿਆ ਤਪੱਸਵੀ ਨੇ ਕਿ ਅਦਲ ਕਰੀ, ਅਤੇ ਕਹਿੰਦੇ ਨੇ ਉਸ ਸਮੇਂ ਜਿਹੜੀ ਉਹ ਸਿਲਾ ਸੀ ਉੱਠ ਕੇ ਖਲੋ ਗਈ। ਉਹ ਸਿਲਾ ਬੋਲੀ, ਕਹਿਣ ਲੱਗੀ ਹੇ ਪਰਮਾਤਮਾ, ਇਹ ਤਪੱਸਵੀ ਕਹਿ ਰਿਹਾ ਅਦਲ ਕਰੀ, ਅਤੇ ਅਦਲ ਨਿਆਂ ਇਹ ਕਹਿੰਦਾ ਹੈ ਕਿ ਇਹ ਹੁਣ ਪੱਥਰ ਬਣੇ ਅਤੇ ਮੈਂ ਤਪੱਸਵੀ ਬਣਾ, ਅਤੇ 12 ਸਾਲ ਇਹ ਮੇਰੇ ਉੱਤੇ ਬੈਠਿਆ ਅਤੇ ਮੈਂ ਇਹਦੇ ਉੱਤੇ 12 ਸਾਲ ਬੈਠਣਾ ਕਰਾਂ, ਮੈਂ ਬੰਦਗੀ ਕਰਾਂ, ਅਤੇ ਨਿਆਂ ਤਾਂ ਹੋਣਾ ਹੈ। ਇਹਨੇ ਅਦਲ ਮੰਗਿਆ ਅਤੇ ਇਸ ਕਰਕੇ ਇਹਨੂੰ ਪੱਥਰ ਬਣਨਾ ਪਵੇਗਾ, ਅਤੇ ਪੱਥਰ ਦੀ ਜੂਨ ਪ੍ਰਾਪਤ ਹੋ ਗਈ। ਅਤੇ ਇਹ ਮਨ ਦਾ ਹੱਠ ਹੋਣ ਕਰਕੇ ਗੁਰੂ ਸਰ ਇਹੋ ਜਿਹੀ ਹਾਲਤ ਹੋਈ ਹੈ। ਜਿਹੜਾ ਉਹ ਆਜੜੀ ਸੀ ਕਹਿੰਦਾ ਫਜ਼ਲ ਕਰੀ ਭਲਾ ਕਰੀ ਪਰਮਾਤਮਾ,
ਤੇ ਉਹਨੂੰ ਪਰਿਪੂਰਨ ਪਰਮਾਤਮਾ ਨੇ ਮੁਕਤ ਕਰ ਦਿੱਤਾ ਕਿ ਤੇਰੀ ਬੰਦਗੀ ਪ੍ਰਵਾਨ ਹੈ, ਜਿੰਨਾ ਸਮਾਂ ਤੈਂ ਕੀਤੀ ਹੈ ਉਹ ਸਾਡੇ ਦਰ ਤੇ ਪ੍ਰਵਾਨ ਹੋ ਗਈ। ਸੋ ਕਹਿਣ ਦਾ ਭਾਵ ਇੱਕ ਪਾਸੇ ਪ੍ਰੇਮ ਸੀ, ਪ੍ਰੇਮ ਦੇ ਸਹਿਤ ਉਸ ਪਰਮਾਤਮਾ ਨੂੰ ਯਾਦ ਕੀਤਾ, ਉਹਨੇ ਆਪਣਾ ਭਲਾ ਲੋਚ ਲਿਆ, ਤੇ ਦੂਜੇ ਪਾਸੇ ਮਨ ਦਾ ਹੱਠ ਸੀ, ਮਨ ਵਿੱਚ ਹੰਕਾਰ ਸੀ ਕਿ ਮੇਰਾ ਤਾਂ ਭਲਾ ਹੀ ਹੋ ਜਾਣਾ ਹੈ। ਉਹ ਮਨ ਦੇ ਹੱਠ ਕਰਕੇ ਗੁਰੂ ਸਵਾਰਿਓ ਤੇ ਉਹਨੂੰ ਪੱਥਰ ਦੀ ਸਿਲਾ ਬਣਨਾ ਪਿਆ। ਇਹੋ ਜਿਹੀ ਹਾਲਤ ਹੋ ਗਈ। ਇਸ ਕਰਕੇ ਮਨ ਦਾ ਹੱਠ ਕਰਕੇ ਕਦੇ ਪਰਮਾਤਮਾ ਦੀ ਸਾਨੂੰ ਪ੍ਰਾਪਤੀ ਨਹੀਂ ਹੋ ਸਕਦੀ ਹੈ। ਮਨ ਦਾ ਹੱਠ ਦੂਰ ਕਰਕੇ ਤੇ ਸਾਨੂੰ ਉਸ ਵਾਹਿਗੁਰੂ ਦੇ ਗੁਣ ਗਾਉਣੇ ਚਾਹੀਦੇ ਹਨ, ਪਰ ਹਿਰਦੇ ਅੰਦਰ ਪ੍ਰੇਮ ਹੋਣਾ ਚਾਹੀਦਾ, ਵਾਹਿਗੁਰੂ ਦੇ ਪ੍ਰਤੀ, ਗੁਰੂ ਦੇ ਪ੍ਰਤੀ ਪ੍ਰੇਮ ਹੋਣਾ ਚਾਹੀਦਾ। ਪ੍ਰੇਮ ਦੇ ਸਹਿਤ ਆਪਾਂ ਕੋਈ ਵੀ ਕੰਮ ਕਰੀਏ, ਗੁਰੂ ਘਰ ਵਿਖੇ ਸੇਵਾ ਕਰ ਲਈਏ, ਝਾੜੂ ਲਾ ਲਈਏ, ਪੋਚਾ ਲਾ ਲਈਏ, ਲੰਗਰਾਂ 'ਚ ਲੰਗਰ ਵਰਤਾ ਲਈ, ਲੰਗਰ ਬਣਾ ਲਈਏ, ਜਾਂ ਹੋਰ ਸੇਵਾਵਾਂ ਕਰ ਲਈਏ, ਪ੍ਰੇਮ ਸਹਿਤ ਬਾਣੀ ਪੜ੍ਹ ਲਈਏ, ਸੰਗਤ ਵਿੱਚ ਆ ਕੇ ਪ੍ਰੇਮ ਦੇ ਸਹਿਤ ਬੈਠ ਜਾਈਏ, ਇਹ ਕੀਤੀ ਹੋਈ ਸੇਵਾ ਸਾਡੀ ਥਾਂਏ ਹੈ। ਪਰ ਜਦੋਂ ਅਸੀਂ ਮਨ ਦਾ ਹੱਠ ਕਰਾਂਗੇ ਉਦੋਂ ਸਾਨੂੰ ਗੁਰੂ ਸਵਾਰਿਓ ਗੁਰੂ ਦੀਆਂ ਖੁਸ਼ੀਆਂ ਨਹੀਂ ਮਿਲਣੀਆਂ। ਤੇ ਸਤਿਗੁਰੂ ਕਹਿੰਦੇ ਇੱਕ ਹੱਠ ਕਰ ਮਰੈ। ਇੱਕ ਇਹੋ ਜਿਹੇ ਲੋਕ ਨੇ ਆਪਣੇ ਸਰੀਰ ਨੂੰ ਕਹਿੰਦੇ ਹੱਠ ਕਰਦੇ ਨੇ, ਕਸ਼ਟ ਦਿੰਦੇ ਹਨ, ਇਸ ਤਰ੍ਹਾਂ ਹੀ ਮਰ ਜਾਂਦੇ ਹਨ, ਨਾ ਕੀਮਤ ਪਾਏ। ਕਹਿੰਦੇ ਉਹਨਾਂ ਦੀ ਕੋਈ ਕੀਮਤ ਨਹੀਂ ਪਾਈ ਜਾਂਦੀ ਹੈ। ਉਹਨਾਂ ਦਾ ਕੀਤੇ ਹੋਏ ਕਰਮ ਕਾਂਡ ਸਾਰੇ ਵਿਅਰਥ ਚਲੇ ਜਾਂਦੇ ਹਨ। ਉਹਨਾਂ ਨੂੰ ਮਾਲਕ ਦੇ ਦਰ ਤੋਂ ਖੁਸ਼ੀਆਂ ਖੇੜੀਆਂ ਨਹੀਂ ਮਿਲਦੇ ਹਨ। ਇਸ ਤਰ੍ਹਾਂ ਦੀ ਉਹਨਾਂ ਦੀ ਹਾਲਤ ਹੁੰਦੀ ਹੈ। ਗਤ ਅਵਗਤ ਕੀ ਸਾਰ ਨਾ ਜਾਣੈ, ਬੂਝੈ ਸ਼ਬਦ ਕਮਾਈ ਹੈ। ਗਤ ਅਵਗਤ ਤੇ ਗਤ ਅਵਗਤ ਕੀ ਕਹਿੰਦੇ, ਇਹ ਸਾਰ ਨਹੀਂ ਜਾਣਦੇ, ਫਿਰ ਭਾਵ ਮੁਕਤ ਨਹੀਂ ਹੋ ਸਕਦੇ ਹਨ, ਅਭਿਆ ਗਤ ਵਿੱਚ ਹੀ ਵਿਚਰਦੇ ਰਹਿੰਦੇ ਹਨ, ਟੇਢੀਆਂ ਮੇਢੀਆਂ ਜੂਨਾਂ 'ਚ ਭੜਕਦੇ ਫਿਰਦੇ ਨੇ। ਕਹਿੰਦੇ ਇਹਨਾਂ ਦਾ ਭਲਾ ਨਹੀਂ ਹੋ ਸਕਦਾ ਹੈ। ਕਹਿੰਦੇ ਇਹਨਾਂ ਨੂੰ ਬਿਲਕੁਲ ਵੀ ਗਿਆਨ ਨਹੀਂ, ਜਿਹੜੇ ਇਸ ਤਰ੍ਹਾਂ ਮਨ ਦਾ ਹੱਠ ਕਰਦੇ ਹਨ। ਕਹਿੰਦੇ ਫਿਰ ਕਿਵੇਂ ਪਤਾ ਲੱਗ ਸਕਦਾ ਹੈ? ਤੇ ਪਾਤਸ਼ਾਹ ਕਹਿੰਦੇ ਬੂਝੈ ਸ਼ਬਦ ਕਮਾਈ ਹੈ। ਕਿ ਜਦੋਂ ਸ਼ਬਦ ਦੀ ਕਮਾਈ ਕਰਾਂਗੇ ਭਾਈ, ਸ਼ਬਦ ਦੀ ਕਮਾਈ ਕਰਨ ਦੇ ਨਾਲ ਹੀ ਜਾਣਿਆ ਜਾ ਸਕਦਾ ਹੈ। ਸ਼ਬਦ ਦੇ ਰਾਹੀਂ ਪਤਾ ਲੱਗਦਾ ਕਿ ਵਾਕਈ ਜ਼ਿੰਦਗੀ ਦਾ ਅਸਲੀ ਮਨੋਰਥ ਆ ਹੈ। ਜਦੋਂ ਆਪਾਂ ਸਾਹਿਬਾਂ ਦੀ ਬਾਣੀ ਨੂੰ ਪੜ੍ਹਦੇ ਹਾਂ ਨਾ, ਸਾਹਿਬ ਕਹਿੰਦੇ ਨੇ, ਹੋਕਾ ਦਿੰਦੇ ਨੇ ਅੰਮ੍ਰਿਤ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਿ ਬਵੀਹਾ ਅੰਮ੍ਰਿਤ ਵੇਲੇ ਬੋਲਿਆ, ਤਾਂ ਦਰ ਸੁਣੀ ਪੁਕਾਰ, ਮੇਘੈ ਨੋ ਫੁਰਮਾਨ ਹੋਆ, ਬਰਸੋ ਕਿਰਪਾ ਧਾਰ। ਜਦੋਂ ਗੁਰੂ ਸਵਾਰੇ ਕਿਸੇ ਸਿੱਖਾਂ ਦੇ ਪਰਿਵਾਰ ਵਿੱਚ ਆਰੰਭਤਾ ਹੁੰਦੀ ਹੈ ਅੰਮ੍ਰਿਤ ਵੇਲੇ, ਸਿੱਖ ਉੱਠ, ਜਦੋਂ ਪਰਿਵਾਰ ਉੱਠ ਇਸ਼ਨਾਨ ਇਤਿਆਦਿ ਕਰਦੇ ਨੇ, ਤੇ ਜਪਜੀ ਸਾਹਿਬ ਦਾ ਪਾਠ ਤਾਂ ਤਕਰੀਬਨ ਹਰ ਗੁਰੂ ਨਾਨਕ ਲਿਆ ਸਿੱਖ ਕਰਦਾ ਹੀ ਹੈ। ਕੋਈ ਘਰ ਹੋਵੇ ਜਿਹੜਾ ਨਾ ਕਰਦਾ ਹੋਵੇ। ਤੇ ਉੱਥੇ ਜਦੋਂ ਆਵਾਜ਼ ਆਉਂਦੀ ਹੈ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਤੇ ਜਦੋਂ ਇਹ ਪੰਕਤੀਆਂ ਪੜ੍ਹੀਆਂ ਜਾਂਦੀਆਂ ਨੇ ਤੇ ਉਦੋਂ ਗੁਰੂ ਸਵਾਰੇ ਫਿਰ ਸੋਝੀ ਆਉਂਦੀ ਕਿ ਮੇਰਾ ਗੁਰੂ ਕਹਿ ਰਿਹਾ ਕਿ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ। ਆਪਣੀ ਆਪ ਬਾਣੀ ਸੁਣ ਕੇ ਵਾਰ-ਵਾਰ ਪ੍ਰੇਮ ਪੈਦਾ ਹੁੰਦਾ, ਉਤਪੰਨ ਹੁੰਦਾ ਹੈ। ਤੇ ਬਾਣੀ ਨੂੰ ਜਿੰਨਾ ਆਪਾਂ ਪੜ੍ਹਾਂਗੇ ਉਨਾ ਸਾਡੇ ਅੰਦਰ ਪ੍ਰੇਮ ਉਤਪੰਨ ਹੋਣਾ ਹੈ। ਦੇਖੋ ਕਿੰਨਾ ਰਸ ਹੈ ਬਾਣੀ ਦੇ ਵਿੱਚ। ਇੱਕ ਪਾਸੇ ਆਪਾਂ ਕੋਈ ਗੀਤ ਆ ਗਿਆ, ਇੱਕ ਗੀਤ ਨੂੰ ਆਪਾਂ ਇੱਕ ਵਾਰੀ ਸੁਣ ਲਿਆ, 2 ਵਾਰੀ ਸੁਣ ਲਿਆ, 10 ਵਾਰੀ ਸੁਣ ਲਿਆ, ਫਿਰ ਮਨ ਅੱਕ ਜਾਂਦਾ, ਨਹੀਂ। ਪਰ ਜਦੋਂ ਆਪਾਂ ਸਾਹਿਬਾਂ ਦੀ ਬਾਣੀ ਰੋਜ਼ਾਨਾ ਪੜ੍ਹਦੇ ਹਾਂ, ਇੱਕ ਵਾਰੀ ਜਪਜੀ ਸਾਹਿਬ ਦਾ ਪਾਠ ਕੀਤਾ ਤੇ ਰਸ ਬਣਦਾ, ਤੇ ਦੂਜੀ ਵਾਰੀ ਫਿਰ ਮਨ ਕਰਦਾ ਕਿ ਚਲੋ ਦੁਬਾਰਾ ਫਿਰ ਪੜ੍ਹੀਏ। ਤੇ ਇਹ ਬਾਣੀ ਪੜ੍ਹ ਕੇ ਮਨ ਨਹੀਂ ਅੱਕਦਾ, ਗੁਰੂ ਸਵਾਰਿਓ ਸੱਚ ਹੈ। ਰਸ ਪੈਦਾ ਹੁੰਦਾ। ਜੇ ਅੱਜ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਤੇ ਹੌਲੀ ਹੌਲੀ ਮਨ ਜਾਗਦਾ ਕਿ ਚੱਲ ਮਨਾ ਮੈਂ ਨਿਤਨੇਮ ਕਰ ਲਵਾਂ, ਨਾਲ ਜਾਪ ਸਾਹਿਬ ਵੀ ਕਰ ਲਵਾਂ, ਸਵਈਏ ਵੀ ਪੜ੍ਹ ਲਵਾਂ, ਚੌਪਈ ਵੀ ਪੜ੍ਹ ਲਾਂ, ਆਨੰਦ ਸਾਹਿਬ ਪੜ੍ਹ ਲਵਾਂ। ਅਤੇ ਕਈ ਗੁਰਮੁਖ ਇਹੋ ਜਿਹੇ ਨੇ ਜਿਹੜੇ ਜਦੋਂ ਪੰਜਾਂ ਬਾਣੀਆਂ ਨਿਤਨੇਮ ਕਰਨ ਲੱਗ ਪੈਂਦੇ ਨੇ
ਉਹ ਕਹਿੰਦੇ ਚੱਲ ਸੁਖਮਨੀ ਸਾਹਿਬ ਦੀਆਂ 6 ਅਸ਼ਟਪਦੀਆਂ ਪੜ੍ਹ ਲਈਏ। ਜਦੋਂ ਸਾਡਾ ਮਨ ਕਰਨ ਲੱਗ ਪਵੇ ਨਾ ਕਿ ਬਾਣੀ ਪੜ੍ਹਨੀ ਹੈ, ਅੰਮ੍ਰਿਤ ਵੇਲੇ ਉੱਠਣਾ ਹੈ, ਤੇ ਸਮਝੋ ਗੁਰੂ ਦੀ ਕਿਰਪਾ ਹੋ ਰਹੀ ਹੈ, ਫਿਰ ਰਹਿਮਤ ਹੋ ਰਹੀ ਹੈ, ਗੁਰੂ ਦੀ ਬਖਸ਼ਿਸ਼ ਵਰਤ ਰਹੀ ਹੈ। ਫਿਰ ਗੁਰੂ ਸਵਾਰੇ ਹੌਲੀ 6 ਅਸ਼ਟਪਦੀਆਂ ਤੋਂ ਸੰਪੂਰਨ ਸੁਖਮਨੀ ਸਾਹਿਬ, ਫਿਰ ਆਸਾ ਕੀ ਵਾਰ ਇਤਿਆਦਿਕ। ਅਤੇ ਕਈ ਗੁਰਮੁਖ ਪਿਆਰੇ ਇਹੋ ਜਿਹੇ ਵੀ ਹਨ ਜਿਹੜੇ ਮਹੀਨੇ ਵਿੱਚ 2-2 ਵਾਰੀ ਸਹਿਜ ਪਾਠ ਕਰਦੇ ਨੇ, 2-2 ਵਾਰੀ। ਐਡੀ ਵੱਡੀ ਬਖਸ਼ਿਸ਼। ਕਾਰਨ ਕੀ ਹੈ ਕਿ ਬਾਣੀ ਵੀ ਸਤਿਗੁਰੂ ਆਪ ਪੜ੍ਹਾਉਂਦੇ ਨੇ। ਪੜ੍ਹੀ ਤਾਂ ਜਾਂਦੀ ਹੈ ਜੇ ਹਿਰਦੇ ਅੰਦਰ ਪ੍ਰੇਮ ਹੈ। ਜੇ ਪ੍ਰੇਮ ਨਹੀਂ ਤੇ ਪ੍ਰੇਮ ਤੋਂ ਬਿਨਾਂ ਨਹੀਂ ਗੁਰੂ ਸਰ ਗੱਲ ਬਣਦੀ, ਸੱਚ ਹੈ। ਇਸ ਕਰਕੇ ਸਤਿਗੁਰੂ ਸਮਝਾਉਂਦੇ ਨੇ, ਕਹਿੰਦੇ ਭਾਈ ਜਿਹੜੇ ਇਸ ਤਰ੍ਹਾਂ ਇਹ ਜਿਹੜੀ ਗਿਆਨ ਕਿੱਥੋਂ ਪ੍ਰਾਪਤ ਦਾ, ਬੂਝੈ ਸ਼ਬਦ ਕਮਾਈ ਹੈ। ਸ਼ਬਦ ਦੀ ਕਮਾਈ ਕਰਕੇ ਹੀ ਕਹਿੰਦੇ ਇਸ ਤਰ੍ਹਾਂ ਇਹ ਬੂਝੈ ਜਾਣਿਆ ਜਾ ਸਕਦਾ ਹੈ। ਇੱਕ ਤੀਰਥ ਨਾਵ ਹੈ, ਅੰਨ ਨਾ ਖਾਵ ਹੈ, ਇੱਕ ਅਗਨ ਜਲਾਵ ਹੈ, ਦੇਹ ਖਪਾਵ ਹੈ। ਸਤਿਗੁਰੂ ਕਹਿੰਦੇ ਇੱਕ ਇਹੋ ਜਿਹੇ ਨੇ, ਇਹ ਤੀਰਥ ਨਾਵ ਹੈ। ਤੀਰਥਾਂ ਉੱਤੇ ਨਹਾਉਣ ਤੁਰੇ ਫਿਰਦੇ ਨੇ। ਹਿੰਦੁਸਤਾਨ ਦੀ ਧਰਤੀ ਉੱਤੇ ਬਹੁਤ ਸਾਰੇ ਤੀਰਥ ਨੇ ਜਿਨ੍ਹਾਂ ਦੀ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ ਹੈ। ਅਤੇ ਤੀਰਥਾਂ ਦਾ ਜਿਹੜਾ ਪੁਰਾਤਨ ਸਮਿਆਂ ਵਿੱਚ ਜਿਹੜੇ ਰਿਸ਼ੀ ਮੁਨੀ ਮਹਾਤਮਾ ਲੋਕ ਸੀ, ਭਜਨ ਬੰਦਗੀ ਕਰਨ ਵਾਲੇ ਸੰਤ ਮਹਾਂਪੁਰਖ ਸਨ, ਉਹ ਦਰਿਆਵਾਂ ਦੇ ਕਿਨਾਰੇ, ਨਦੀਆਂ ਦੇ ਕਿਨਾਰੇ ਬੈਠ ਕੇ ਪਰਮਾਤਮਾ ਦੀ ਇਬਾਦਤ ਕਰਦੇ ਸੀ। ਕਿਉਂਕਿ ਕਾਰਨ ਸੀ ਦੇ ਵਿੱਚ, ਇੱਕ ਤਾਂ ਪੁਰਾਣੇ ਸਮਿਆਂ ਦੇ ਵਿੱਚ ਪਾਣੀ ਦਾ ਇੰਨਾ ਪ੍ਰਬੰਧ ਨਹੀਂ ਹੁੰਦਾ ਸੀ। ਪਾਣੀ ਦਾ ਅੱਜ ਕੱਲ੍ਹ ਦਾ ਗੁਰੂ ਦੀ ਕਿਰਪਾ ਨਾ, ਘਰ ਘਰ ਵਿੱਚ ਟੂਟੀਆਂ ਲੱਗੀਆਂ, ਨਲਕੇ ਲੱਗੇ, ਮੋਟਰਾਂ ਲੱਗੀਆਂ ਹੋਈਆਂ ਨੇ। ਉਦੋਂ ਇੰਨਾ ਪ੍ਰਬੰਧ ਨਹੀਂ ਸੀ। ਲੋਕ ਖੂਹਾਂ ਉੱਤੇ, ਦਰਿਆਵਾਂ ਉੱਤੇ ਜਾ ਕੇ ਇਸ਼ਨਾਨ ਕਰਦੇ ਸਨ ਅਤੇ ਉਹੀ ਪਾਣੀ ਵਰਤਿਆ ਜਾਂਦਾ ਸੀ। ਅਤੇ ਇੱਕ ਤਾਂ ਪਾਣੀ ਦੀ ਲੋੜ ਨੂੰ ਮੁੱਖ ਰੱਖਦੇ ਹਾਂ, ਦੂਜਾ ਜਦੋਂ ਪਰਮਾਤਮਾ ਦੇ ਪਿਆਰੇ ਭਜਨ ਬੰਦਗੀ ਕਰਦੇ ਨੇ ਨਾ, ਅਤੇ ਨਦੀਆਂ ਦੇ ਕਿਨਾਰਿਆਂ 'ਤੇ ਬੈਠ ਕੇ ਧਿਆਨ ਜਿਹੜਾ ਹੈ ਉਹਨਾਂ ਨੂੰ ਲਾਉਣ ਵਿੱਚ ਬੜਾ ਸਫਲਤਾ ਪ੍ਰਾਪਤ ਹੁੰਦੀ ਹੈ। ਹੁਣ ਜੇ ਆਪਾਂ ਗੱਲ ਕਰੀਏ, ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ ਮਹਾਂਪੁਰਖ ਨੇ, ਦੇਖੋ ਅਸਥਾਨ ਨਦੀ ਦੇ ਕਿਨਾਰੇ 'ਤੇ ਬਣਿਆ ਹੋਇਆ, ਬੰਦਗੀ ਕੀਤੀ ਹੈ। ਉਦੋਂ ਇਹ ਲੋੜ ਸੀ, ਪਾਣੀ ਦੀ ਘਾਟ ਹੋਣ ਕੇ ਦਰਿਆਵਾਂ ਦੇ ਕਿਨਾਰਿਆਂ ਕੋਲ ਬੈਠਦੇ ਸਨ। ਅਤੇ ਜਦੋਂ ਇਸ ਤਰ੍ਹਾਂ ਬੰਦਗੀ ਕੀਤੀ, ਅਤੇ ਜਿਹੜੇ ਲੋਕ ਨੇ ਕੁਦਰਤੀ ਤੌਰ 'ਤੇ ਜਦੋਂ ਦੁਨੀਆ ਦੇ ਲੋਕ ਰੱਬ ਦੇ ਪਿਆਰਾ ਕੋਈ ਬੰਦਗੀ ਕਰਦਾ, ਦੁਨੀਆ ਵਿੱਚ ਉਹਦਾ ਸਤਿਕਾਰ ਹੋਣ ਲੱਗ ਪੈਂਦਾ। ਸਤਿਕਾਰ ਹੁੰਦਾ ਅਤੇ ਲੋਕ ਉਹਨਾਂ ਨੂੰ ਲੱਭਦੇ ਹੋਏ ਉਹਨਾਂ ਤੀਰਥਾਂ ਉੱਤੇ, ਦਰਿਆਵਾਂ ਉੱਤੇ ਚਲੇ ਗਏ। ਅਤੇ ਹੌਲੀ ਹੌਲੀ ਗੁਰੂ ਸਵਾਰੇ ਫਿਰ ਉੱਥੇ ਜਾ ਕੇ ਭੀੜ ਹੋਣ ਲੱਗ ਪਈ। ਅਤੇ ਮਹਾਤਮਾ ਜਨਾਂ ਨੇ ਕਹਿ ਦਿੱਤਾ ਕਿ ਇਹ ਤੀਰਥ ਹੈ ਭਾਈ। ਅਤੇ ਲੋਕਾਂ ਨੇ ਉੱਥੇ ਨਹਾਉਣ ਤੱਕ ਸੀਮਤ ਰਹਿ ਗਏ। ਇਹ ਨਹੀਂ ਸੋਚਿਆ ਕਿ ਇੱਥੇ ਇਹ ਫਲਾਣੇ ਤੀਰਥ ਉੱਤੇ ਫਲਾਣਾ ਮਹਾਤਮਾ, ਫਲਾਣਾ ਸੰਤ ਹੋਇਆ, ਉਹਨੇ ਇੰਨਾ ਸਮਾਂ ਪਰਮਾਤਮਾ ਦੀ ਬੰਦਗੀ ਕੀਤੀ ਹੈ, ਅਤੇ ਮੈਂ ਵੀ ਕੁਝ ਸਮਾਂ ਬੰਦਗੀ ਕਰਨਾ ਕਰਾਂ। ਜਿਹੜੇ ਤਾਂ ਜਾ ਕੇ ਬੰਦਗੀ ਕਰਦੇ ਨੇ, ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਦੇ ਹਨ, ਉਹਨਾਂ ਦੀ ਕੀਤੀ ਹੋਈ ਤੀਰਥ ਯਾਤਰਾ ਸਫਲੀ ਹੈ। ਪਰ ਜਿਹੜੇ ਗੁਰੂ ਸਾਹਿਬ ਐਵੇਂ ਇਸ਼ਨਾਨ ਕਰਕੇ ਨਹਾ ਧੋ ਕੇ ਵਾਪਸ ਆ ਜਾਂਦੇ ਨੇ, ਉਹ ਕੀ ਤੀਰਥ ਯਾਤਰਾ ਉਹਨਾਂ ਦੀ ਵਿਅਰਥ ਹੈ। ਦੇਖੋ ਸਾਡੇ ਗੁਰੂ ਪਾਤਸ਼ਾਹ ਮਹਾਰਾਜ ਵੀ ਗਏ ਨੇ। ਗੁਰੂ ਕਲਗੀਧਰ ਪਾਤਸ਼ਾਹ ਨੇ ਖੁਦ ਬਚਨ ਕੀਤੇ ਨੇ ਕਿ ਮੁਰ ਪਿਤ ਪੂਰਬ ਕੀਅਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤਰਵੇਣੀ ਭਏ, ਪੁੰਨ ਦਾਨ ਦਿਨ ਕਰਤ ਬਤੇ, ਤੇਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੈ ਭਵ ਲਿਓ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਤਰਵੇਣੀ ਦੀ ਧਰਤੀ 'ਤੇ ਪਹੁੰਚੇ, ਇਲਾਹਾਬਾਦ ਤੀਰਥ। ਉੱਥੇ ਸਤਿਗੁਰੂ ਜੀ ਨੇ ਇਹ ਨਹੀਂ ਉੱਥੇ ਕਿ ਇਸ਼ਨਾਨ ਕੀਤਾ, ਨਹੀਂ, ਉੱਥੇ ਦੇ ਲੋਕਾਂ ਨੂੰ ਜਾ ਕੇ ਸਮਝਾਇਆ ਕਿ ਭਾਈ ਇਹ ਨਹਾਉਣਾ ਇਕੱਲਾ ਇਹ ਤੀਰਥ ਨਹੀਂ ਹੈ, ਇਹ ਇਸ਼ਨਾਨ ਨਹੀਂ ਹੈ। ਤੁਸੀਂ ਬੰਦਗੀ ਕਰੋ, ਤਨ ਦਾ ਇਸ਼ਨਾਨ ਪਾਣੀ ਨਾਲ ਕਰ ਲਿਆ, ਅਤੇ ਮਨ ਦਾ ਇਸ਼ਨਾਨ ਬਾਣੀ ਨਾਲ ਕਰਨਾ ਕਰੋ।
जे बाणी नाल नाम दे नाल मन का इशनान करोगे फिर तुहाडी असल यात्रा सफल ही है। उत्थे सतगुरु ने गुरु नानक दे घर का सुनेहा घर घर पहुँचाना किया, लोड़वंदां दी सहायता की। ते सतगुरु कलगीधर पातशाह ने वो वचन किए कि पुण्य दान दिन करत बते तेही प्रकाश हमारा पियो। उत्थे माता गुजर कोज कुख नूं भाग लगे सन। पटना शहर विखै भव लियो, पटने की धरती पाटली पुत्र जिहड़ा गुरु सवारियो पटना से साडा तख्त हरमंदर जी, उत्थे सतगुरु पातशाह महाराज का फिर प्रकाश होया। सो कहण दा भाव है कि तीर्थां दे उत्ते केवल इशनान करन दे नाल रब की प्राप्ति नहीं होनी, परमात्मा की प्राप्ति करन दे लई ते सानू उस मालक दे गुणां दा ज्ञान करना पवेगा। क्योंकि साडे मन च इन्ने विषय विकार ने जिस करके पानी नाल वो धोते नहीं जा सकते हैं, वो बाणी नाल धोते जाने ने। भगत कबीर भगत रविदास साहिबान जी एक शब्द है ते भगत जी कहते ने कूप भरियो जैसे दादरा कश देश विदेश न बूझ, ऐसे मेरा मन बिखिया विमोहिया कश आरा पारना सूझ। सगल भवन के नायका एक छिन दर्श दिखाए जी, मलन भई मत माधवा तेरी गत लखी ना जाए। भगत जी कहते ने जिस तरह कहते एक खूह है पानी नाल नका नक भरिया होया, उहदे विच बहुत सारे डड्डू ने। हंस ने आखना कीता आ तैनू मैं मान सरोवर ते लैके जावां, ते हंस नूं पुछदा डड्डू के मान सरोवर किड्डा कु वड्डा है। हंस कहण लग्या बहुत वड्डा। कह डड्डू ने एक छाल मारी, कहण लग्या एडा वड्डा होवेगा। ते हंस कहण लग्या इह तों भी वड्डा। दूजी छाल मारी कि इन्ना वड्डा होवेगा। तीजी छाल दे राही गुरु सरे वो दूजे पासे जाके लग गए, एडा वड्डा होवेगा। ते हंस कहण लगे नहीं इह तों भी वड्डा है। ते भगत जी कहण लगे हाँ जदों ये डड्डू कहण लगे तो वड्डा कोई हो ही नहीं सकता। खूह विच रहिंदा नूं खूह दे पानी दा ही पता है। ते भगत जी कहंदे मेरे मन की हालत भी ऐसी, मैनूं भी देश विदेश की ये लोक ते परलोक की सोझी नहीं है। कश देश विदेश न बूझ, ऐसे मेरा मन विखिया विमोहिया। हे परमात्मा जी मेरा मन इस तरह विषयां दे विच मोहिया फिरदा है, मैनूं किसी प्रकार की सोझी नहीं है। कश आरा पार ना सूझ, अवारले किनारे ते पारले किनारे की ज्ञान नहीं है। बेनती की कि सगल भवन के नायका एक छिन दर्श दिखाए। सारे भवन जिन्ने भी ब्रह्मांड ने, ये लोक परलोक मात लोक स्वर्ग लोक इत्यादि जिन्नियां पुरियां ने, सारियां दा एक नायक है, आगू है परमात्मा। हे परमात्मा एक क्षण मात्र आप जी कृपा करके मैनू दीदार बख्शना करो, ताकि जिहड़ी मलन भई मत माधवा, मेरी मत जिहड़ी है ना बड़ी मलीन होई फिरदी है। मलीन मत दे राही तेरी गत नहीं जानी जा सकती है। ते गुरु सवारे ये गल तां मन की मैल नूं धोण दी है। मन की मैल तीर्थां उत्ते धोण नाल सफली नहीं हो सकती है। मन की मैल धोती जानी है नाम दे राही, मन की मैल धोती जानी है साहिबां की बाणी दे राही। इस करके सतगुरु इत्थे बचन करते हैं, कहते एक इहो जे ने जिहड़े तीर्थां उत्ते नहाउंदे फिरदे ने, तीर्थां नूं इशनान कर लिया, यही मुख रखिया। हुण देखो धन गुरु अमरदास पातशाह महाराज दा अज कल आपां गुर ज्योति जो समान का दिवस दिहाड़ा मना के हटे हैं। तो इतिहासकार लिखते हैं जो आपां पढ़िया है सुनिया सारिਆਂ ने कि जिंदगी के 62 साल सतगुरु तीर्थां उत्ते इशनान करते रहे।
ਜਦੋਂ, ਕਿਉਂਕਿ ਪਹਿਲਾਂ ਤੋਂ जो पिता पुरख जो देवी के दर्शनों लिए जाना, तीर्थों की यात्रावां करनी आ, ये कर्म करते रहे। फिर जो बाबे अमरदास पातशाह की बारी आई, पिता जी चढ़ाई करके घर की जिम्मेवारी सारी सिर उत्ते आ गई, फिर आप तीर्थों उत्ते जान लग पे। जो 20वीं बार गुरु सवारियो तीर्थ यात्रा करके वापस आ रहे सन, तो एक तपस्वी दे नाल मिलाप होया, शीतल सुभाअ देखिया, बड़े मिठ बोलड़े मिल वरतन वाले, प्यार पै गया। वो बैरागी घर दे विच आ गया, बासर के नगर, उत्थे आके उन्होंने लंगर पानी छकाया, कई दिन रहा कोल। ते एक दिन रात नूं सौण लगे, सुत्ते सौण तो पहलां गल्लां बातां चल रहीआं। वो बैरागी पुछदा, कहन लग्या, हे बाबा अमरदास जी, तुहाडा गुरु कौन है? तुहाडा गुरु कौन है? तो बाबे अमरदास जी ने तो बचन कीते, कहन लगे, हाले तक तो मैं गुरु धारण ही नहीं किया। देखो खेड़, 62 साल हो गए जिंदगी दे, ते हाले तक गुरु नहीं धारण किया। तपस्वी उस समय बड़ी काढ़ी नाल पलंगे उत्ते उठिया, कहन लग्या, अज मेरा अज तक जिन्ना मैं वर्त रखे, तीर्थ यात्रावां कीतियां, जप तप संजम साधन कीते, मेरे सारे व्यर्थ चले गए। कहन लग्या, की हो गया भरावा, दस गल की है? कहन लग्या, मैं नगुरे दी संगत कीती है। नगुरे दी संगत ते गुरु सवारियो, वो तपस्वी रातों रात निकल गया, रातों रात निकलिया। बड़ी कोशिश की बाबे अमरदास जी ने, पर नहीं रुकिया, ते तपस्वी तो चलिया गया। ते बाबे अमरदास जी नूं सारी रात नींद नहीं आई। नींद नहीं आई कि बाकी गल तो उहदी ठीक है, मानना गल्लां करदे ने, ये गल तो बिल्कुल ठीक है। जिंदगी मेरी 62 साल की हो गई है, हाले तक मैं नगुरा तुरिया फिरदा, मैनू कोई पूर्ण गुरु मिलिया ही नहीं है। अरदासां बेनतियां करते हैं कि कोई पूर्ण गुरु मिले जिस करके मेरा भला हो जावे। जदों इस तरह सारी रात जागदियां लंघ गई, अमृत वेले का समा होया, घर दे विच एक मिठी मिठी आवाज़ कन्नां विच पै रही है, जिहड़ी मन नूं मोह रही है। बीबी अमरो जो धन गुरु अंगद दे महाराज दी सपुत्री, जिहड़ी अपने मुखों जपजी साहिब दा पाठ कीता, फिर शब्द पढ़ रही है, काया कागद मन बस बाणी, बुरा भला दोए लेख पे। ते इस तरह बाणी पढ़ रही है, आसा की बार दे शब्द पढ़े, ते बाबा अमरदास जी दे मन नूं शांति मिली है। तो इत्थे फिर बीबी अमरों नूं कहन लगे, पुत्री, जिहड़ी तू अपने मुखों ये बाणी पढ़ रही सी, ये किहदी बाणी है? तो बीबी अमरों कहन लगी, गुरां दी बाणी है, गुरु नानक पातशाह दी बाणी है। गुरु नानक पातशाह ज्योति जो समा गए ने, उन्हां दी गद्दी उत्ते मेरे पिता जी धन गुरु अंगद दे महाराज विराजमान ने। ते बीबा मैनू सतगुरां दे कोल लैके चल, मैं गुरु वाला बनना, मैं अंधेरे विच विचर रहा सी। ते गुरु सवारे फिर बीबी अमरो दे राही सतगुरु धन गुरु अमरदास पातशाह महाराज धन गुरु अंगद दे महाराज की हजूरी विच गए। ते सतगुरु सिंघासन ते बैठे ने। जो सामने बाबे अमरदास जी नूं आउंदियां नूं वेखिया ना, ते पातशाह जी उठन लगे। तो बाबा अमरदास जी ने पता की बचन कीते, कहन लगे, नहीं सतगुरु, मैं तुहाडे दर ते एक सेवक बन के आया हाँ, दुनियावी रिश्तेदारी नूं मुख रख के नहीं आया, क्योंकि दुनियावी रिश्तेदारी मुताबक दोनों आसे कुड़म सी। तो इस करके कहन लगे, मैं सिक्खी लैण वास्ते आया हाँ, किरपा करो मेरे ते। तो पातशाह जी फिर संघासन ते बैठ के सिक्खी लैनी है, सिक्खी लैण वास्ते भाई सेवा करनी पवेगी।
बस सेवा सिमरन करके ही सिੱਖੀ ਦੇ ਜਹਾਜ਼ੇ ਚੜ੍ਹਿਆ ਜਾ ਸਕਦਾ ਹੈ। ਤੇ ਜਦੋਂ ਇਹ ਬਚਨ ਕੀਤੇ ਪੱਲੇ ਬੰਨ੍ਹ ਲਏ ਤੇ ਆਪ ਜੀ ਇਤਿਹਾਸ ਤੋਂ ਭਲੀ ਭਾਂਤ ਜਾਣੂਓ ਕਿ 12 ਸਾਲ ਸੇਵਾ ਕੀਤੀ ਤੇ ਸੇਵਾ ਕਰਕੇ ਗੁਰੂ ਨਾਨਕ ਪਾਤਸ਼ਾਹ ਦਾ ਰੂਪ ਬਣ ਗਏ। ਕਿੱਡੀ ਵੱਡੀ ਬਖਸ਼ਿਸ਼ ਹੈ। ਇੱਕ ਬਜ਼ੁਰਗਾਂ ਨੂੰ ਦੱਸ ਦਿੱਤਾ, ਬਾਬੇ ਅਮਰਦਾਸ ਜੀ ਨੇ ਦੱਸਿਆ ਬਜ਼ੁਰਗਾਂ ਨੂੰ। ਆਮ ਤੌਰ 'ਤੇ ਜਦੋਂ ਕੋਈ ਸਰਕਾਰੀ ਮੁਲਾਜ਼ਮ ਕੰਮ ਧੰਦਾ ਕਰਦਾ ਹੈ, ਨੌਕਰੀ ਪੇਸ਼ੇ ਤੋਂ ਜਦੋਂ ਉਹ ਰਿਟਾਇਰਮੈਂਟ ਹੁੰਦਾ ਤਾਂ 58 ਸਾਲ 'ਚ ਸਰਕਾਰ ਰਿਟਾਇਰਮੈਂਟ ਦਿੰਦੀ ਹੈ। ਕਾਰਨ ਕੀ ਹੁੰਦਾ ਕਿ ਹੁਣ ਤੁਸੀਂ ਬਜ਼ੁਰਗ ਹੋ ਗਏ ਹੋ, ਮੇਰਾ ਕੰਮ ਧੰਦਾ ਕਰ ਲਿਆ, ਬੜਾ ਬਾਕੀ ਰਹਿੰਦਾ ਸਮਾਂ ਹੈ ਘਰ ਵਿੱਚ ਵਿਹਲੇ ਬੈਠ ਕੇ ਗੁਜ਼ਾਰਨਾ ਕਰੋ। ਪਰ ਇੱਕ ਪਾਸੇ ਗੁਰੂ ਨਾਨਕ ਦਾ ਘਰ ਹੈ। 62 ਸਾਲ ਦੀ ਉਮਰ ਵਿੱਚ ਧੰਨ ਬਾਬਾ ਅਮਰਦਾਸ ਜੀ ਆਪਣੇ ਮੋਢੇ ਉੱਤੇ ਗਾਗਰ ਚੁੱਕਦੇ ਨੇ ਤੇ 12 ਸਾਲ ਗਾਗਰ ਨਾਲ ਜਲ ਢੋਂਦੇ ਰਹੇ। ਇਹ ਨਹੀਂ ਇਕੱਲਾ ਜਾਲੇ ਢੋਂਦੇ ਸੀ, ਲੰਗਰਾਂ ਵਿੱਚ ਗੁਰੂ ਸਵਾਰਿਓ ਲੰਗਰ ਵੀ ਬਣਾਉਂਦੇ ਸੀ ਸਮਾਂ ਕੱਢ ਕੇ। ਜਦੋਂ ਆਪਾਂ ਜਾਂਦੇ ਨਾ ਗੋਇੰਦਵਾਲ ਸਾਹਿਬ ਧਰਤੀ 'ਤੇ ਖਡੂਰ ਸਾਹਿਬ ਦੇ ਰਸਤੇ ਜਦੋਂ ਆਪਾਂ ਦੇਖਦੇ ਹਾਂ ਤੇ ਗੁਰੂ ਸਵਾਰਿਓ ਬਿਆਸਾ ਦਰਿਆ ਵਿੱਚੋਂ ਜਦੋਂ ਸਤਿਗੁਰੂ ਗਾਗਰ ਭਰ ਕੇ ਲੈ ਕੇ ਆਉਂਦੇ ਸੀ, ਇੱਕ ਰਸਤੇ 'ਚ ਅਸਥਾਨ ਆ ਜਿੱਥੇ ਅਸਥਾਨ ਦਾ ਨਾਮ ਹੈ ਦਮਦਮਾ ਸਾਹਿਬ। ਦਮਦਮਾ ਸਾਹਿਬ ਇਤਿਹਾਸਕਾਰ ਲਿਖਦੇ ਨੇ ਉੱਥੇ ਆਪਣੀ ਗਾਗਰ ਰੱਖ ਕੁਝ ਸਮਾਂ ਆਰਾਮ ਕਰਦੇ ਸੀ, ਦਮ ਲੈਂਦੇ ਸੀ, ਨਾਮ ਪੈ ਗਿਆ ਦਮਦਮਾ। ਉਸ ਤੋਂ ਅੱਗੇ ਸਤਿਗੁਰੂ ਪਾਤਸ਼ਾਹ ਮਹਾਰਾਜ ਜਿੱਥੇ ਜੁਲਾਹੇ ਦੀ ਖੱਡੀ 'ਚ ਪਾਤਸ਼ਾਹ ਠੋਕਰ ਵੱਜ ਕੇ ਠੇਡਾ ਖਾ ਕੇ ਡਿੱਗੇ ਸੀ, ਜਿੱਥੇ ਧੰਨ ਗੁਰੂ ਅੰਗਦ ਦੇ ਮਹਾਰਾਜ ਪੰਜ ਭੂਤ ਸੀ ਸੰਸਕਾਰ ਵੀ ਕੀਤਾ ਗਿਆ ਸੀ, ਉੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਉਹ ਸਥਾਨ ਫਿਰ ਖਡੂਰ ਸਾਹਿਬ ਆਉਂਦਾ ਹੈ। ਜੋ ਸਤਿਗੁਰੂ ਦੇ ਜੋ ਉਸ ਸਮੇਂ ਯਾਤਰਾ ਉਹ ਸਾਰੀ ਸਾਨੂੰ ਇਤਿਹਾਸਕ ਸਥਾਨਾਂ ਤੋਂ ਪਤਾ ਲੱਗਾ ਇੱਥੇ ਤੇ ਸਤਿਗੁਰੂ ਖਲੋਂਦੇ ਸਨ। ਕਿੱਡੀ ਵੱਡੀ ਸੇਵਾ, ਅਣਥੱਕ ਸੇਵਾ ਕੀਤੀ ਤੇ ਸੇਵਾ ਕਰਕੇ ਸਤਿਗੁਰੂ ਨੂੰ ਪ੍ਰਸੰਨ ਕਰ ਲਿਆ। ਸੋ ਇਹ ਹੈ ਅਸਲੀ ਹੱਠ ਜਿਹੜਾ ਸਤਿਗੁਰੂ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਕੀਤਾ। ਤੇ ਨਾਲ ਸੀ ਹਿਰਦੇ ਅੰਦਰ ਪ੍ਰੇਮ, ਬਜ਼ੁਰਗੀ ਵਿੱਚ ਹੱਠ ਸੀ, ਇਹ ਗੁਰੂ ਦੀ ਸੇਵਾ ਕਰਨੀ ਹੈ ਤੇ ਨਾਲ ਹਿਰਦੇ ਅੰਦਰ ਪ੍ਰੇਮ ਸੀ ਕਿ ਪ੍ਰੇਮ ਕਰਕੇ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਲੈਣੀਆਂ ਨੇ, ਗੁਰੂ ਦੀ ਪ੍ਰਸੰਨਤਾ ਲੈਣੀ ਹੈ। ਤੇ ਪ੍ਰਸੰਨਤਾ ਲੈ ਲਈ ਤੇ ਗੁਰੂ ਨਾਨਕ ਦਾ ਹੀ ਰੂਪ ਬਣ ਗਏ। ਸੋ ਇਹ ਹੈ, ਇਸ ਤਰ੍ਹਾਂ ਸਤਿਗੁਰੂ ਜੀ ਬਚਨ ਕਰਦੇ ਨੇ। ਕਹਿੰਦੇ ਪਰ ਦੁਨੀਆ ਵਿੱਚ ਇਸ ਤਰ੍ਹਾਂ ਦੇ ਲੋਕ ਨੇ, ਕਹਿੰਦੇ ਇੱਕ ਤੀਰਥ ਨਹਾਵੈ, ਤੀਰਥਾਂ ਉੱਤੇ ਨਹਾਉਂਦੇ ਫਿਰਦੇ ਨੇ, ਅੰਨ ਨਾ ਖਾਵੈ, ਅੰਨ ਇਤਿਆਦਿਕ ਨੂੰ ਛੱਡ ਦਿੰਦੇ ਨੇ। ਤੇ ਕਿ ਇਹ ਅੰਨ ਇਤਿਆਦਿਕ ਨੂੰ ਛੱਡ ਕੇ ਇਸ ਤਰ੍ਹਾਂ ਹੀ ਰਹਿੰਦੇ ਹਨ ਕਿ ਸਤਿਗੁਰੂ ਜੀ ਅਗਲੀ ਪੰਕਤੀ ਬਖਸ਼ਿਸ਼ ਕਰਦੇ ਹਨ। ਇੱਕ ਅਗਨ ਜਲਾਵਹਿ ਦੇਹ ਖਪਾਵਹਿ। ਹੁਣ ਅਗਨ ਜਲਾਉਣ ਤੋਂ ਭਾਵ ਕੀ ਹੈ? ਆਪਣੇ ਆਪ ਨੂੰ ਅੱਗ ਵਿੱਚ ਸਾੜ ਲੈਣਾ। ਕੋਈ ਆਪਣੇ ਆਪ ਨੂੰ ਅੱਗ 'ਚ ਜਿਉਂਦਿਆਂ ਨਹੀਂ ਸਾੜ ਸਕਦਾ। ਪਰ ਸਿੱਖ ਇਤਿਹਾਸ ਵਿੱਚ ਇਹੋ ਜਿਹੇ ਹਠੀਏ ਵੀ ਹੋਏ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਜਿਉਂਦਿਆਂ ਨੂੰ ਅੱਗ ਵਿੱਚ ਸਾੜਨਾ ਕੀਤਾ। ਬਾਬਾ ਫੇਰੂ ਮਾਨ ਜੀ, ਬਾਬਾ ਲਛਮਣ ਦਾਸ ਧਾਰੋ ਜੀ, ਕਿੰਨੇ ਬਹੁਤ ਸਾਰੇ ਨੇ। ਭਾਈ ਸਤੀ ਦਾਸ ਜੀ ਨੂੰ ਲਪੇਟ ਕੇ ਰੂਮ 'ਚ ਲਪੇਟ ਕੇ ਸਾੜਿਆ ਗਿਆ, ਸ਼ਹੀਦ ਕੀਤਾ ਗਿਆ। ਕਿੰਨਿਆਂ ਦੀ ਗੱਲ ਕਰੀਏ। ਤੇ ਇੱਧਰ ਸਤਿਗੁਰੂ ਕਹਿੰਦੇ ਇੱਕ ਇਹੋ ਜਿਹਾ ਅਗਨ ਜਲਾਵੈ, ਅੱਗ ਬਾਲਣਾ, ਅੱਗ ਦੇ ਭਾਂਬੜ ਬਾਲ ਲੈਣੇ ਤੇ ਉਹਦੇ ਕੋਲ ਬੈਠ ਜਾਣਾ, ਦੇਹੀ ਨੂੰ ਸੇਕ ਦੇਈ ਜਾਣਾ, ਉੱਥੇ ਬੈਠ ਕੇ ਬੰਦਗੀ ਕਰਨੀ। ਇਹ ਹੱਠ ਹੈ ਇੱਕ ਤਰ੍ਹਾਂ ਦਾ। ਕਹਿੰਦੇ ਇਸ ਤਰ੍ਹਾਂ ਨਹੀਂ, ਦੇਹ ਨੂੰ ਤਪਾਉਣ ਦੇ ਰਾਹੀਂ ਕਹਿੰਦੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ। ਇਹ ਸਾਰਾ ਇੱਕ ਤਰ੍ਹਾਂ ਪਖੰਡ ਹੈ। ਇਹ ਪਖੰਡ ਦੇ ਸਤ ਕੀਤਾ ਹੋਇਆ ਕਰਮ ਹੈ। ਰਾਮ ਨਾਮ ਬਿਨ ਮੁਕਤ ਨ ਹੋਈ, ਕਿਤ ਬਿਦ ਪਾਰ ਲੰਘਾਈ ਹੈ। ਸਤਿਗੁਰੂ ਕਹਿੰਦੇ ਚਾਹੇ ਅੰਨ ਛੱਡ ਦਿਓ, ਚਾਹੇ ਤੀਰਥਾਂ ਉੱਤੇ ਜਾ ਕੇ ਇਸ਼ਨਾਨ ਕਰਨ ਲੱਗ ਜਾਵੋ, ਚਾਹੇ ਅੱਗ ਬਾਲ ਕੇ ਇਸ ਤਰ੍ਹਾਂ ਆਪਣੇ ਸਰੀਰ ਨੂੰ ਕਾਹਟ ਦੇਣ ਲੱਗ ਪਵੋ। ਕਹਿੰਦੇ ਪਰ ਸੱਚ ਜਾਣਿਓ, ਜੇ ਚਾਹੁੰਦੇ ਕਿ ਇਸ ਤਰ੍ਹਾਂ ਸੋਚਦੇ ਕਿ ਸਾਨੂੰ ਮੁਕਤੀ ਮਿਲ ਜਾਵੇ, ਕਹਿੰਦੇ ਨਹੀਂ ਭਾਈ, ਰਾਮ ਨਾਮ ਬਿਨ ਮੁਕਤ ਨਾ ਹੋਈ। ਪਰਮੇਸ਼ਰ ਦੇ ਨਾਮ ਤੋਂ ਬਿਨਾਂ
ਤੁਹਾਨੂੰ ਮੁਕਤੀ ਨਹੀਂ ਮਿਲ ਸਕਦੀ ਹੈ। ਕਿਤ ਬਿਦ ਪਾਰ ਲੰਘਾਈ ਹੈ। ਕਹਿੰਦੇ ਦੱਸੋ ਭਾਈ ਇਸ ਤਰ੍ਹਾਂ ਕਰਮ ਕਾਂਡ ਜਿਹੜੇ ਤੁਹਾਡੇ ਕੀਤੇ ਹੋਏ ਨੇ, ਇਹਦੇ ਰਾਹੀਂ ਕਿਸ ਬਿਦ ਕਿਸ ਤਰੀਕੇ ਦੇ ਨਾਲ ਤੁਹਾਨੂੰ ਇਹ ਪਾਰ ਲੰਘਾਣਗੇ। ਭਾਵ ਤੁਸੀਂ ਸੰਸਾਰ ਸਮੁੰਦਰ ਤੋਂ ਤਰ ਨਹੀਂ ਸਕਦੇ ਹਨ, ਪਾਰ ਨਹੀਂ ਹੋ ਸਕਦੇ ਹਨ। ਇਸ ਲਈ ਪਰਮਾਤਮਾ ਦਾ ਨਾਮ ਜਪਣਾ ਪਵੇਗਾ। ਗੁਰਮਤ ਛੋਡਹਿ ਉਜੜ ਜਾਈ, ਮਨਮੁਖ ਰਾਮ ਨ ਜਪੈ ਅਬਾਈ। ਇੱਕ ਐਸੇ ਨੇ ਗੁਰਮਤ ਨੂੰ ਛੱਡ ਦਿੰਦੇ ਨੇ, ਗੁਰਮਤ ਦੇ ਧਾਰਨੀ ਨੇ, ਜਿਹਨਾਂ ਨੂੰ ਆਪਾਂ ਮਨਮੁਖ ਕਹਿ ਦਿੰਦੇ ਨੇ। ਮਨਮੁਖ ਤਾਂ ਉਹ ਜਿਹਨਾਂ ਆਪਣੀ ਮਨ ਦੀ ਮਰਜ਼ੀ ਕੀਤੀ ਕਿ ਗੁਰੂ ਵਾਲੇ ਬਣੇ ਹੀ ਨਹੀਂ। ਅਤੇ ਇੱਕ ਐਸੇ ਵੀ ਹੁੰਦੇ ਨੇ ਗੁਰੂ ਵਾਲੇ ਬਣ ਕੇ ਫਿਰ ਗੁਰਮਤ ਨੂੰ ਛੱਡ ਦਿੰਦੇ ਨੇ। ਅੰਮ੍ਰਿਤ ਵੀ ਛਕ ਲਿਆ, ਸਾਬਤ ਸੂਰਤ ਵੀ ਹੋ ਗਏ, ਪਰ ਗੁਰੂ ਸਵਾਰੇ ਜੋ ਸਤਿਗੁਰੂ ਨੇ ਆਖਿਆ ਕਿ ਰਹਿਤ ਵਿੱਚ ਪਰਪੱਕ ਰਹਿਣਾ, ਰਹਿਤ ਰੱਖੀ ਨਹੀਂ। ਗੁਰੂ ਕਹਿੰਦਾ ਸ਼ਰਾਬ ਨਹੀਂ ਪੀਣੀ, ਸ਼ਰਾਬ ਪੀਣ ਲੱਗ ਪਿਆ। ਗੁਰੂ ਕਹਿੰਦਾ ਤੰਬਾਕੂ ਦਾ ਸੇਵਨ ਨਹੀਂ, ਨਸ਼ਾ ਨਹੀਂ ਇਸਤੇਮਾਲ ਕਰਨਾ, ਅਤੇ ਨਸ਼ੇ ਵਰਤਣ ਲੱਗ ਪਿਆ। ਗੁਰਮਤ ਦਾ ਧਾਰਨੀ ਬਣਿਆ ਪਰ ਗੁਰੂ ਦੀ ਮੱਤ ਨੂੰ ਅਪਣਾਉਣਾ ਨਹੀਂ ਕੀਤਾ। ਲਿਬਾਸ ਪਹਿਨ ਲਿਆ, ਸਵਾਰਿਓ ਗੁਰਮਤ ਦੇ ਆਪਣਾ ਜੀਵਨ ਬਤੀਤ ਨਹੀਂ ਕੀਤਾ। ਰਹਿਤ ਨਾਮ ਛੱਡ ਦੇਣਾ, ਸੋਈ ਸਾਹਿਬ ਮੈਂ ਉਸ ਕਾ ਚੇਲਾ। ਜਿਹੜਾ ਰਹਿਤ ਵਿੱਚ ਪਰਪੱਕ ਹੈ ਮੇਰਾ ਸਾਹਿਬ, ਮੈਂ ਉਹਦਾ ਚੇਲਾ ਹਾਂ। ਫਿਰ ਕਹਾਵੈ ਬਿਨਾ ਕਹਿੰਦੇ ਇਸ ਤਰ੍ਹਾਂ ਰਹਿਤ ਤੋਂ ਬਿਨਾਂ ਸਿੱਖ ਨਹੀਂ ਕਹਾ, ਰਹਿਤ ਤੋਂ ਬਿਨਾਂ ਫਿਰ ਚੋਟਾਂ ਹੀ ਖਾਂਦਾ ਹੈ। ਗੁਰਮਤ ਦੇ ਧਾਰਨੀ ਰਹਿਣਾ ਸਾਨੂੰ ਕਰਨੀ